कहानियाँ सुनने को मिली, बहुत सारी ऐसी चीज़ें जिससे जज्बात में इश्तिहाल आता है और एक टकराव की कैफियत पैदा होती है ना। वहाँ पे कुछ पॉजिटिव कहानियाँ भी हैं जिन लोगों ने यार अपनी जान पे खेल के या अपनी जान को रिस्क पे लेके मुश्तिल हजूम या इश्तिहाल पसंदी ये चीज़ नहीं देखती कि आप कितने ताकतवर हो, आपके पास कितना पैसा है, या यार आप भी किसी के बेटे हो या भाई हो, या जो आप कर रहे हो ना अपना पॉजिटिव फेस दिखाने के लिए कर रहे हो। यार साडा मज़हब ऐसे गल की इजाज़त नहीं देता है, हजूम ये नहीं देखता है, हजूम बस ये देखता है कि जो वो चाह रहा है वो होवे। उस पूरे हजूम में जिस तरह कहते हैं कि तकरीबन 25,000 तो ज़्यादा बंदा सी जिहड़ा इस साइड ते अटैक सारी सर नज़र आ रहे हैं, लोग ही लोग नज़र आ रहे हैं, शोर ही शोर नज़र आ रहा है। जिनके घर हैं वो घर छोड़ के डेफिनेटली कोई भी होगा, अगर मैं भी होऊंगा तो मुझे पता चलेगा कि ये लोग हमें मारने हैं। मैं सबसे पहले अपने बच्चों की प्रोटेक्शन करूँ, क्योंकि मैं अकेला नहीं हूँ। मुझे अपना मरना तो कबूल है, अपने बच्चों का मरना कबूल नहीं है। तो मैं उनको लेके भागूंगा, भले मेरी तरह से मेरा बंगला क्यों ना खड़ा रहे। तो वो भाई नासिर भाई, जिनकी हमने नासिर इकबाल भाई की स्टोरी सुनी, उन्होंने कहा नहीं यार मैं बैठा रहा, और मुझे ये था कि चलो यार मुझे मारेंगे तो फिर इन तक पहुँचेंगे। तो इस चीज़ ने हमारा सर फ़ख्र से बुलंद किया कि नहीं, हाँ कुछ लोग हैं जो इस काबिल हैं कि उनके साथ मोहब्बत की जाए। तो नासिर भाई आप नासिर भाई ਅਸੀਂ ਤੁਹਾਨੂੰ ਸਲੂਟ ਪੇਸ਼ ਕਰਨੇ ਆ ਤੁਹਾਡੇ ਜਜ਼ਬੇ ਨੂੰ, ਤੁਹਾਡੀ ਇਸ ਬਹਾਦਰੀ, ਬਹੁਤ ਵੱਡੀ ਬਹਾਦਰੀ ਦਾ ਕਾਰਨਾਮਾ ਤੁਸੀਂ ਸਰਅੰਜਾਮ ਦਿੱਤਾ ਹੈ। ਇੱਥੇ ਤੇ ਕੋਈ ਵੀ ਹੁੰਦਾ, ਅਸੀਂ ਵੀ ਹੁੰਦੇ ਤੇ ਸ਼ਾਇਦ ਇਹਨਾਂ ਨੂੰ ਬਚਾ ਨਾ ਪਾਉਂਦੇ, ਲੇਕਿਨ ਤੁਸੀਂ ਇਹਨਾਂ ਲਈ ਸਟੈਂਡ ਲਿਆ, ਖਲੋਤੇ ਹੋ ਤੇ ਵਾਕਈ ਤੁਸੀਂ ਹਜ਼ੂਰ ਪਾਕ ਦੀ ਤਾਲੀਮਾਤ ਤੇ ਅਮਲ ਕਰ ਰਹੇ ਹੋ। ਤੁਸੀਂ ਪੱਕੇ ਮੁਸਲਮਾਨ ਮੈਨੂੰ ਨਜ਼ਰ ਆਏ ਹੋ ਜਿਨ੍ਹਾਂ ਕੁਰਾਨ ਪਾਕ ਤੇ ਅਮਲ ਕੀਤਾ ਹੈ ਤੇ ਇਹ ਸਾਰਾ ਮਾਮਲਾ ਤੁਸੀਂ ਵੇਖਿਆ, ਹਲੇ ਤੱਕ ਫੇਸ ਕਰ ਰਹੇ ਹੋ, ਹਲੇ ਤੱਕ ਵੇਖ ਰਹੇ ਹੋ। ਜ਼ਾਹਿਰ ਤੁਹਾਨੂੰ ਵੀ ਥ੍ਰੈਟ ਹੈ, ਤੁਸੀਂ ਵੀ ਕਹਿੰਦੇ ਹੋ ਕਿ ਮੈਂ ਮਾਰਨਿੰਗ ਵਾਕ ਤੇ ਨਹੀਂ ਜਾ ਰਿਹਾ, ਇਸੇ ਲਈ ਨਹੀਂ ਜਾ ਰਹੇ ਕਿ ਕੋਈ ਕੁਝ ਵੀ ਹੋ ਸਕਦਾ ਹੈ। ਜਾਂਦਾ ਵਾ ਮਾਰਨਿੰਗ ਵਾਕ ਤੇ ਇੱਕ ਬੰਦਾ ਸਾਡੇ ਪਿੰਡ ਦਾ, ਤੇ ਮੈਂ ਨਹੀਂ ਜਾਂਦਾ। ਨਾਸਰ ਭਾਈ ਦੁਬਾਰਾ ਤੁਹਾਨੂੰ ਸਲੂਟ ਕਰਦੇ ਹਾਂ। नासर भाई अस्सलाम वालेकुम, क्या हाल चाल है? ठीक ठाक है नासर भाई। ਅਸੀਂ ਇਸਲਾਮਾਬਾਦ ਤੋਂ ਆਏ, ਅੱਛਾ ਲੱਗਾ ਤੁਸੀਂ ਕਿਹਾ ਕਿ YouTube ਤੇ ਤੁਸੀਂ ਦੇਖਦੇ ਹੋ ਸਾਨੂੰ, ਤੇ ਮੈਂ ਚਾਹੁੰਦਾ ਹਾਂ ਕਿ ਮੈਂ ਦੋਸਤਾਂ ਨਾਲ ਇੱਕ ਚੀਜ਼ ਸ਼ੇਅਰ ਕਰਨਾ ਚਾਹੁੰਦਾ ਕਿ ਉਸ ਦਿਨ ਦੀ ਕੀ ਸਿਚੁਏਸ਼ਨ ਸੀ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਮੈਂ ਤੇ ਉਸ ਦਿਨ ਹਰ ਸ਼ੈ ਵੇਖੀ ਹੈ, ਜਰਾ ਦੋਸਤਾਂ ਨਾਲ ਸ਼ੇਅਰ ਕਰਨਾ। ਮੈਂ 14 ਅਗਸਤ 1947 ਦਾ ਸਾਰਾ ਮੰਜ਼ਰ ਦੇਖਿਆ ਜੀ। ਸਾਰੇ ਲੋਕ ਦੌੜ ਰਹੇ ਨੇ, ਆਪਣੇ ਘਰ-ਬਾਰ ਛੱਡ ਕੇ, ਆਪਣਾ ਮਾਲ ਛੱਡ ਕੇ, ਆਪਣੀਆਂ ਇੱਜ਼ਤਾਂ ਬਚਾ ਰਹੇ ਨੇ। ਲੋਕ ਇਹਨਾਂ ਦੇ ਸਿਰ ਨੇ, ਕੋਈ ਇੰਜ ਨੂੰ ਦੌੜਿਆ ਜਾ ਰਿਹਾ, ਕੋਈ ਇੰਜ ਨੂੰ ਦੌੜਿਆ ਜਾ ਰਿਹਾ। ਅੱਗਾਂ ਲੱਗੀਆਂ ਹੋਈਆਂ ਨੇ, ਚਰਚ ਜਾ ਰਹੇ ਨੇ, ਬਾਈਬਲ ਮੁਕੱਦਸ ਜਾ ਰਹੇ ਨੇ। ਮੈਂ ਉਸ ਦਿਨ ਵੀ ਇਹ ਸਾਰਾ ਕੁਝ ਇਕੱਠਾ ਕਰ ਰਿਹਾ ਸੀ, ਅਤੇ ਮਸੀਹ ਬਰਾਦਰੀ ਮੈਂ ਉਸ ਦਿਨ 13 ਬੰਦੇ ਟੋਟਲ ਇਕੱਠੇ ਕਰ ਸਕੇ। 16 ਅਗਸਤ ਵਾਲੇ ਦਿਨ ਇੱਧਰ ਉੱਧਰ ਦੌੜ ਕੇ ਨਾ ਫੜ ਕੇ, ਖਾਸ ਕਰ 5-7 ਦੋਸਤ ਜਿਹੜੇ ਸੀ ਨਾ ਜਿੱਥੇ ਮੈਂ ਬੈਠਾ ਹੋਇਆ, ਇਹ ਬਾਕੀ ਸਾਰੇ ਕੋਈ ਪਿੰਡ 'ਚ ਨਹੀਂ ਸੀ ਮੌਜੂਦ ਹੈਗਾ। ਹਰ ਘਰ ਖੁੱਲ੍ਹਾ ਹੋਇਆ, ਖੌਫੋ ਰਾਜ ਫੈਲਿਆ ਹੋਇਆ, ਪਰੇਸ਼ਾਨੀ ਦਾ ਆਲਮ ਹੈ ਮੁਕੰਮਲ ਤੌਰ 'ਤੇ। ਅਤੇ ਮੈਂ ਉਸ ਦਿਨ ਇੰਨਾ ਮਹਿਸੂਸ ਕੀਤਾ ਵੀ ਤੁਸੀਂ ਬਿਲਕੁਲ ਮਹਿਫੂਜ਼ ਨਹੀਂ ਹੈਗੇ। ਮੈਂ ਇਹ ਉਸ ਦਿਨ ਬਹੁਤ ਜ਼ਿਆਦਾ ਫਾਲੋ ਕੀਤਾ। ਬਾਕੀ ਛੋਟੀਆਂ ਮੋਟੀਆਂ ਗੱਲਾਂ ਜਦੋਂ ਚੱਲ ਰਿਹਾ ਸੀ ਨਾ ਵੀ ਮਹਿਫੂਜ਼ ਨੇ, ਤੇ ਉਸ ਦਿਨ ਮਹਿਫੂਜ਼ ਕੀਤਾ ਵੀ ਹੁਣ ਨਹੀਂ ਮਹਿਫੂਜ਼। ਅੰਦਾਜ਼ੇ ਨਾਲ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਸ਼ਹਿਰ ਵਾਲੀ ਸਾਈਡ ਤੋਂ ਲੋਕ ਆਈ ਜਾ ਰਹੇ ਸਨ, ਉਹ ਕਿਤਨੀ ਕੁ ਖਲਕਤ ਹੋਏਗੀ ਤੁਹਾਡੇ ਖਿਆਲ? 25,000 ਲੋਕ ਹੋਣਗੇ, ਬਲਕਿ ਇਹਦੇ ਤੋਂ ਵੀ ਪਲੱਸ ਹੋਣ। ਦੁਨੀਆ ਹੀ ਤਾਂ ਦੁਨੀਆ ਨਜ਼ਰ ਆ ਰਹੀ ਹੈ, ਜਿੱਧਰ ਵੇਖ ਰਹੇ ਦੁਨੀਆ ਹੀ ਦੁਨੀਆ, ਬੰਦੇ ਹੀ ਬੰਦੇ ਨੇ। ਔਰ ਤੁਹਾਨੂੰ ਵੀ ਖੌਫ ਮਹਿਸੂਸ ਹੋਇਆ? ਉਹ ਮੈਂ ਇੱਕ ਵਾਰੀ ਤਾਂ ਖੌਫ ਹੈਗਾ ਸੀ ਨਾ ਜੀ, ਲੇਕਿਨ ਇੱਕ ਅਬ ਤੱਕ ਵੀ ਹੈਗਾ ਨਾ। ਮੈਂ ਮਾਰਨ ਵਾਕ ਤੇ ਜਾਣਾ ਤੇ ਕਦੋਂ ਜਾਣਾ ਖੌਫ ਦੀ ਵਜ੍ਹਾ ਤੋਂ, ਅੰਦਰੋਂ ਨਹੀਂ ਨਿਕਲਦਾ। ਅੱਛਾ, ਤੁਹਾਨੂੰ ਆਪਣੀ ਵੀ ਸੇਫਟੀ ਨਹੀਂ ਹੈਗੀ ਕਿ ਡੈਫੀਨੇਟਲੀ ਤੁਸੀਂ ਪ੍ਰੋਟੈਕਸ਼ਨ ਕੀਤੀ ਸੀ? ਸੇਫਟੀ ਹੈਗੀ ਵੀ ਆਪਾਂ ਵਨ ਮੈਨ ਸ਼ੋ, ਹਾਂ ਗੁਮਾਰੇਗਾ ਤੇ ਪਿੱਛੇ ਕੋਈ ਰੋਣ ਵਾਲਾ ਨਾ ਹੋਏਗਾ ਤੇ ਨਾ ਕੋਈ ਦਫਨਾਉਣ ਵਾਲਾ ਨਾ ਹੋਏਗਾ। ਹਾਂ ਬਸ ਇੰਨੀ ਸੇਫਟੀ ਹੈਗੀ ਵੀ ਆਪਾਂ ਇਕੱਲੇ ਹੀ ਆ ਤੇ ਕੋਈ ਟੈਨਸ਼ਨ ਨਹੀਂ ਹੈ। ਤੁਹਾਡੇ ਇਸ ਏਰੀਆ 'ਚ ਕਿੰਨੇ ਘਰ ਨੇ? ਮਸੀਹ ਬਰਾਦਰੀ ਦੇ? ਹਾਂਜੀ ਮਸੀਹ ਬਰਾਦਰੀ 80 ਪਲੱਸ ਹੋਣਗੇ। 80 ਉਸ ਟਾਈਮ ਉਹ ਸਾਰੇ ਦੌੜ ਗਏ, ਕੋਈ ਨਹੀਂ ਬਚਿਆ, ਘਰ-ਬਾਰ ਖੁੱਲੇ, ਬਸ ਬੰਦਾ ਨਹੀਂ, ਬਸ ਜਾਨ ਬਚ ਜਾਏ। 6 ਜੀ ਅੰਦਰ ਛੁਪੇ ਹੋਏ ਸੀ, ਇਹ ਜਿਹੜੇ ਨੇ ਅੱਜ ਇਹਨਾਂ ਦੇ ਮੱਗੇ ਦਰਵਾਜ਼ੇ ਅੱਗੇ ਬੈਠਾ ਇਹ ਛੁਪੇ ਹੋਏ ਸੀ ਅੰਦਰ। ਤੇ ਸ਼ਾਮ ਤੱਕ ਇਹ ਵੀ ਦੌੜਨ ਦੇ ਚੱਕਰ 'ਚ ਹੋ ਗਏ। ਤੇ ਮੈਂ ਬੜੀਆਂ ਮਿਹਨਤਾਂ ਕਰਾਂ ਵੀ ਯਾਰ ਹੁਣ ਨਹੀਂ ਦੌੜਨਾ, ਹੁਣ ਆਪਾਂ ਕਿਤੇ ਮਰਾਂਗੇ ਨਾ, ਕਿ ਮੈਂ ਪਹਿਲੇ ਮਰਾਂਗਾ ਨਾ। ਮੈਂ ਅਸਲ 'ਚ ਮੇਰਾ ਬਿਆਨੀਆ ਸੀ ਵੀ ਮੈਂ ਪਹਿਲੇ ਮਰਾਂਗਾ ਤੇ ਫਿਰ ਤੁਸੀਂ ਮਰੋਗੇ। ਪਹਿਲਾਂ ਮੈਨੂੰ ਗੋਲੀ ਵੱਜੇਗੀ, ਫਿਰ ਤੁਹਾਡੇ ਤੱਕ ਆਏ, ਫਿਰ ਤੁਹਾਨੂੰ ਵੱਜੇਗੀ। ਵਰਨਾ ਜੇ ਮੈਂ ਤੁਹਾਨੂੰ ਪਹਿਲੇ ਮਰਨ ਨਹੀਂ ਦਿੰਦਾ, ਪਹਿਲੇ ਮੈਂ ਮਰਾਂਗਾ। ਉਹ ਦੋਸਤ ਤੁਹਾਡੀ ਇਸ ਗੱਲ ਦਾ ਰਿਗਾਰਡ ਕਰਦੇ ਨੇ ਕਿ ਨਹੀਂ ਯਾਰ ਖਲੋਤਾ ਰਿਹਾ ਸਾਡੇ ਨਾਲ? ਨਹੀਂ, ਉਹਨਾਂ ਤੁਸੀਂ ਜਿਹਨੂੰ ਵੀ ਪੁੱਛੋਗੇ ਉਹਨਾਂ ਕਹਿਣਾ ਇੱਕੋ ਬੰਦਾ ਖੜਾ ਰਿਹਾ, ਆਖਰੀ ਦਮ ਤੱਕ ਹੀ ਖੜਾ ਰਿਹਾ, ਜਿੰਨੀ ਕੋ ਆਪਣੀ ਕੋਸ਼ਿਸ਼ ਹੈ ਕਿ ਆਪਾਂ
ਮਸੀਹ ਬਰਾਦਰੀ ਦੇ ਨਾਲ, ਕਿਉਂਕਿ ਮਸੀਹ ਬਰਾਦਰੀ ਨੂੰ ਮੈਂ ਫਿਰ ਵੰਡ ਕਰਨਾ ਨਾ, ਆਪਾਂ ਕਜ਼ਨ ਆ ਯਾਰ। ਚਾਚੇ ਤਾਏ ਦੇ ਚਾਚੇ ਤਾਏ ਦੇ ਹਾਂ, ਚਾਚੇ ਤਾਏ ਦੇ ਆਪਾਂ ਬਹੁਤ ਕਰੀਬੀ ਆ। ਤੇ ਜਿਹੜਾ ਆਪਣਾ ਪਰਚਮ ਆ ਉਹਦੇ ਚ ਸਫੈਦ ਰੰਗ ਤੁਹਾਡਾ ਵਾ, ਜਿਹੜਾ ਅਮਨ ਦੀ ਨਿਸ਼ਾਨੀ ਆ, ਉਹਦੇ ਨਾਲ ਉਹ ਅਮਨ ਦਾ ਪੈਗਾਮ ਆ। ਉਹਨੇ ਹਰੇ ਰੰਗ ਨੂੰ ਸੰਭਾਲ ਕੇ ਰੱਖਣਾ, ਉਹਦੀ ਵਜ੍ਹਾ ਨਾਲ ਉਹਨੇ हरे रंग को संभाल के रखना वा। जेड़ा ये सफेद देखें जी, रंग वो हमारे प्रीति मुस्लिम भाई, भाईचारे हमारे मुस्लिम भाई के जज्बात देखें, ये भी तो आखिर मुस्लिम है, पानी में इनको जोर भी पाया जाए, तौहीन रसालत की तकलीफ बह है, जाए। लेकिन वो उसके बावजूद भी हमारे मसीही बहन भाइयों के साथ खड़े रहे और उनको हर तरह से प्रोटेक्ट करते रहे। उनकी वाजिया वर्डिंग कि सबसे पहले अगर मरूंगा तो मैं मरूंगा, उसके बाद आप लोग। हम सलूट पेश करते हैं नासिर साहब, आप बेहद शुक्रगुजार हैं कि आप हमारे साथ हैं। और आज के बाद आपने ये नहीं कहना कि आप अकेले हैं, हम भाई हैं आप नहीं लोगों ये के। मैं पहले खुदावंद मैं खैर ਤੁਹਾਡੀ करेगा। हिफाजत ਲਈ ਹੁਣ ਮੈਨੂੰ ਆਂਦੇ ਨਹੀਂ ਅਸੀਂ ਤੇਰੀ हिफाजत ਲਈ गुड गुड। ਹੁਣ ਆਂਦੇ ਅਸੀਂ ਤੇਰੀ हिफाजत ਨਹੀਂ ਹੈ, ਪਹਿਲੇ ਤੂੰ ਸਾਡੀ हिफाजत ਲਈ, ਹੁਣ ਅਸੀਂ ਤੇਰੀ ਸੇਫਟੀ ਲਈ ਪਰੇਸ਼ਾਨ ਨਹੀਂ ਹੋਣਾ। थैंक यू थैंक यू। ਰੋਜ਼ ਇੱਕ ਦੂਸਰੇ ਨੂੰ ਸਹਾਰਾ ਦੇ ਲੈਣੇ ਵੀ ਠੀਕ ਹੀ ਠੀਕ ਆ।